ਜਦੋਂ ਸਾਮੂਏਲ ਨੇ ਦੁੱਧ ਛੱਡ ਦਿੱਤਾ ਆਪਣੀ ਮਾਂ ਦਾ, ਬਾਈਬਲ ਕਹਿੰਦੇ ਕਿ ਹੰਨਾ ਨੇ ਉਹਨਾਂ ਚਿਰ ਬੱਚਾ ਆਪਣੀ ਗੋਦ ਵਿੱਚ ਰੱਖਿਆ ਜਿੰਨਾ ਚਿਰ ਬੱਚਾ ਦੁੱਧ ਚੁੰਗਦਾ ਰਿਹਾ। ਹੁਣ ਜਿਹੜੀ ਚਰਚ ਵਿੱਚ ਹੰਨਾ ਨੇ ਆਪਣੇ ਬੇਟੇ ਨੂੰ ਛੱਡਣਾ ਸਾਮੂਏਲ ਨੂੰ, ਉਹ ਚਰਚ ਵਿੱਚ ਵਿਚਾਰ ਹੋ ਰਹੇ ਹੈ। ਉਹ ਚਰਚ ਵਿੱਚ ਜਿਹੜਾ ਆਗੂ ਹੈ, ਉਹ ਆਗੂ ਦੇ ਬੱਚੇ ਸਹੀ ਨਹੀਂ ਹੈ। ਏਲੀ ਦੇ ਜਿਹੜੇ ਬੱਚੇ ਸੀ ਨਾ, ਜਿਹੜੇ ਏਲੀ ਦੇ ਬੇਟੇ ਸੀ, ਜਿੱਥੇ ਚਰਚ ਵਿੱਚ ਹੰਨਾ ਨੇ ਆਪਣੇ ਬੱਚੇ ਨੂੰ ਛੱਡਣਾ ਸੀ, ਬਾਈਬਲ ਕਹਿੰਦੀ ਆ ਏਲੀ ਦੇ ਬੇਟੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ ਸੀ। ਕਿਉਂਕਿ ਪੁਰਾਣੇ ਨੇਮ ਦੇ ਵਿੱਚ ਅੱਜ ਤਾਂ ਯਿਸੂ ਮਸੀਹ ਨੇ ਸਾਡੇ ਲਈ ਕੁਰਬਾਨੀ ਦਿੱਤੀ, ਅੱਜ ਸਾਨੂੰ ਮੁਰਗੇ ਦੇਣ ਦੀ, ਬੱਕਰੇ ਦੇਣ ਦੀ ਲੋੜ ਨਹੀਂ ਹੈ। ਪੁਰਾਣੇ ਨੇਮ ਦੇ ਵਿੱਚ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਲੋਕ ਬੱਕਰੇ ਚਾੜਦੇ ਸੀ ਪਰਮੇਸ਼ਰ ਦੇ ਅੱਗੇ ਜਾ ਕੇ, ਭੇਡਾਂ ਚਾੜਦੇ ਸੀ, ਜਿਵੇਂ ਅੱਜ ਵੀ ਬਹੁਤ ਸਾਰੇ ਤੰਤਰ ਲੋਕ ਕਰਦੇ ਆ। ਅੱਜ ਮੁਰਗਾ ਲੈਂਦੇ ਆ, ਬੱਕਰਾ ਲੈਂਦੇ ਆ, ਅੱਜ ਵੀ। ਹਾਲੇਲੂਇਆ, ਹਾਲੇਲੂਇਆ। ਅੱਜ ਵੀ ਲੈਂਦੇ ਆ ਲੋਕ, ਪਰ ਅੱਜ ਤੰਤਰ ਲੋਕ ਲੈਂਦੇ ਆ, ਬੱਕਰੇ ਲੈਂਦੇ ਆ, ਮੁਰਗੇ ਲੈਂਦੇ ਆ। ਪਰ ਜਿੰਨੇ ਤੁਸੀਂ ਅੱਜ ਬੈਠੇ ਹੋ ਪ੍ਰਭੂ ਤੇ ਵਿਸ਼ਵਾਸ ਕਰਦੇ ਹੋ, ਬੱਕਰਾ ਤਾਂ ਗੱਲ ਦੂਰ ਦੀ ਰਹੇਗੀ, ਤੁਹਾਨੂੰ ਧੂਫ ਲਾਉਣ ਦੀ ਵੀ ਲੋੜ ਨਹੀਂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਇੱਕ ਫੋਟੋ ਲਾਉਣ ਦੀ ਵੀ ਲੋੜ ਨਹੀਂ ਆਪਣੇ ਘਰ ਦੇ ਵਿੱਚ, ਪਰਮੇਸ਼ਰ ਡਾਇਰੈਕਟਲੀ ਤੁਹਾਡੀ ਆਵਾਜ਼ ਸੁਣੇਗਾ। ਉਸ ਟਾਈਮ ਜਿਹੜੇ ਲੋਕ ਆਉਂਦੇ ਸੀ ਚਰਚ ਦੇ ਵਿੱਚ ਏਲੀ ਦੇ ਕੋਲੇ, ਤਾਂ ਲੋਕ ਆਪਣੇ ਬੱਕਰੇ ਲੈ ਕੇ ਆਉਂਦੇ ਸੀ, ਆਪਣੀਆਂ ਭੇਡਾਂ ਲੈ ਕੇ ਆਉਂਦੇ ਸੀ, ਕੜਾਹੇ ਵਿੱਚ ਪਾਉਂਦੇ ਸੀ। ਜਿਹੜੀ ਆਪਣੀ ਭੇਟ ਹੁੰਦੀ ਸੀ ਕੱਟ ਕੇ ਟੁਕੜੇ ਕਰਕੇ ਉਹਨੂੰ ਦੇਗੇ ਵਿੱਚ ਪਾਉਂਦੇ ਸੀਗੇ, ਕੜਾਹੇ ਵਿੱਚ ਪਾਉਂਦੇ ਸੀ। ਬਾਈਬਲ ਕਹਿੰਦੇ ਕਿ ਉਬਲਣ ਤੋਂ ਪਹਿਲਾਂ, ਪ੍ਰਾਰਥਨਾ ਤੋਂ ਪਹਿਲਾਂ ਜਿਹੜੇ ਉਹਦੇ ਏਲੀ ਦੇ ਬੇਟੇ ਹੁੰਦੇ ਸੀ, ਉਹ ਪਹਿਲੀ ਉਹ ਭੇਟ ਨੂੰ ਚੱਕ ਲੈਂਦੇ ਸੀਗੇ। ਹਾਲੇਲੂਇਆ, ਹਾਲੇਲੂਇਆ। ਜਣੀ ਪਰਮੇਸ਼ਰ ਤੱਕ ਉੱਪਰ ਨਹੀਂ ਦਿੰਦੇ ਸੀ ਉਹ ਭੇਟ ਨੂੰ। ਏਲੀ ਦੇ ਬੇਟੇ ਪਹਿਲੀ ਕੀ ਕਰ ਲੈਂਦੇ ਸੀਗੇ, ਉਹ ਭੇਟ ਨੂੰ ਚੱਕ ਲੈਂਦੇ ਸੀ, ਜਣੀ ਪਰਮੇਸ਼ਰ ਨੂੰ ਅਰਪਣ ਨਹੀਂ ਹੋਣ ਦਿੰਦੇ ਸੀ। ਅੱਜ ਵੀ ਲੋਕ ਐਵੇਂ ਹੀ ਕਰਦੇ ਆ। ਜਦੋਂ ਕਮਾਈ ਦੀ ਪਹਿਲੀ ਕਮਾਈ ਆਉਂਦੀ ਹੈ, ਦਸਵੰਧ ਆਉਂਦਾ, ਨੌਕਰੀ ਆਉਂਦੀ ਹੈ, ਪਹਿਲਾਂ ਹੀ ਕਰਦੇ ਲੋਕ, ਪਹਿਲਾਂ ਸਮਾਨ ਖਰੀਦਣ ਲਈ ਜਾਂਦੇ ਆ ਸ਼ਹਿਰ ਦੇ ਵਿੱਚੋਂ, ਪਰਮੇਸ਼ਰ ਲਈ ਬਾਅਦ ਦਸਵੰਧ ਕੱਢਦੇ ਆ, ਬਾਅਦ ਦੇਖਾਂਗੇ ਪਰਮੇਸ਼ਵਰ ਨੂੰ, ਬਾਅਦ ਦਸਵੰਧ ਨਿਕਲਦਾ, ਪਹਿਲਾਂ ਸਮਾਨ ਖਰੀਦਦੇ ਆ। ਇੱਕ ਨੌਕਰ ਲੱਗਿਆ ਹੋਇਆ ਕਿ ਇਨਸਾਨ ਨੂੰ 10,000 ਰੁਪਏ ਉਧਾਰ ਆ, ਉਹਦਾ 20,000 ਆ ਰਿਹਾ, ਉਹਨੇ ਕੀ ਕਰਨਾ, ਪਹਿਲਾਂ ਆਪਣਾ ਸਮਾਨ ਖਰੀਦਣਾ ਹੈ। ਲੇਕਿਨ ਬਾਈਬਲ ਕਹਿੰਦੀ ਹੈ ਪਹਿਲ ਪਰਮੇਸ਼ਵਰ ਨੂੰ ਦੇਣੀ ਹੈ। ਪਰਮੇਸ਼ਰ ਦਾ ਕ੍ਰੋਧ ਏਲੀ ਦੇ ਬੇਟੇ ਉੱਪਰ ਭੜਕਿਆ, ਕਿਉਂਕਿ ਏਲੀ ਦੇ ਬੇਟੇ ਜਿਹੜੇ ਲੋਕ ਸੁੱਖ ਲੈ ਕੇ ਆਉਂਦੇ ਸੀਗੇ, ਉਹ ਸੁੱਖ ਵਿੱਚ ਗੜਬੜੀ ਕਰਦੇ ਸੀਗੇ, ਉਹ ਸੁੱਖ ਦੇ ਵਿੱਚੋਂ ਪਹਿਲੀ ਖਾ ਲੈਂਦੇ ਸੀਗੇ, ਮੰਦਿਰ ਵਿੱਚ ਨਹੀਂ ਜਾਣ ਦਿੰਦੇ ਸੀ। ਸਮਝ ਆ ਰਹੀ ਹੈ ਤੁਹਾਨੂੰ? ਹਾਲੇਲੂਇਆ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਇੱਕ। ਲੋਕ ਆਏ ਚਰਚ ਦੇ ਵਿੱਚ, ਇਹ ਜਗ੍ਹਾ ਤੇ ਲੰਗਰ ਵੰਡ, ਇੱਥੋਂ ਲੰਗਰ ਬਣ ਕੇ ਉੱਥੇ ਜਾਣਾ ਹੈ। ਉਹ ਬੇਦੀ ਹੈ ਪਰਮੇਸ਼ਰ ਦੀ, ਕਿਉਂਕਿ ਪਰਮੇਸ਼ਰ ਦੀ ਬੇਦੀ ਬਹੁਤ ਜ਼ਬਰਦਸਤ ਹੁੰਦੀ ਸੀ ਪੁਰਾਣੇ ਨੇਮ ਦੇ ਵਿੱਚ। ਉਹਦੇ ਕੋਲੇ ਕੋਈ ਜਾ ਨਹੀਂ ਸਕਦਾ ਸੀ ਆਮ ਬੰਦਾ, ਉਹ ਪਵਿੱਤਰ ਹੁੰਦੀ ਸੀ, ਸਾਫ਼ ਹੁੰਦੀ ਸੀ। ਲੋਕਾਂ ਨੂੰ ਸਾਲ ਲੱਗਦਾ ਸੀ ਬੇਦੀ ਕੋਲੇ ਜਾਣ ਤੋਂ ਪਹਿਲਾਂ। ਹੁਣ ਤਾਂ ਸੌਖਾ ਹੋ ਗਿਆ ਕੰਮ, ਹੁਣ ਤਾਂ ਪਰਮੇਸ਼ਵਰ ਨੇ ਆਪਣਾ ਬੇਟਾ ਯਿਸੂ ਮਸੀਹ ਘੱਲ ਦਿੱਤਾ ਸੀ, ਉਹਦੇ ਜ਼ਰੀਏ ਅਸੀਂ ਆਜ਼ਾਦ ਕੀਤੇ ਗਏ। ਜਿਹੜੀ ਅੱਜ ਬਾਈਬਲ ਹੱਥ ਵਿੱਚ ਹੈ, ਪਰਮੇਸ਼ਵਰ ਨੇ ਸੌਖਾ ਕਰ ਦਿੱਤਾ। ਇਹ ਬਾਈਬਲ ਦੇ ਕੋਲੇ ਕੋਈ ਜਾ ਨਹੀਂ ਸਕਦਾ ਸੀ, ਇਹਦੇ ਵਿੱਚ ਇੰਨੀ ਪਾਵਰ ਸੀ, ਔਰ ਪਾਵਰ ਵੀ ਹੈ, ਅੱਜ ਵੀ ਪਾਵਰ ਹੈ। ਜੋ ਲੋਕਾਂ ਨੇ ਚਰਚ ਵਿੱਚ ਜਾਣਾ ਹੁੰਦਾ ਭੇਟ ਚਾੜਨ ਦੇ ਲਈ, ਤਾਂ ਲੋਕ ਸਾਲ ਪਹਿਲਾਂ ਪਵਿੱਤਰ ਹੁੰਦੇ ਸੀ, ਸਾਲ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰਦੇ ਸੀ ਲੋਕ, ਸਾਲ ਪਹਿਲਾਂ। ਮਤਲਬ ਮੰਨ ਲਓ ਆਉਂਦੇ ਸਾਲ ਨੂੰ ਮੇਰੀ ਜ਼ਿੰਮੇਵਾਰੀ ਹੈ, ਮੰਨ ਲਓ ਮੈਂ ਭੇਟ ਲੈ ਕੇ ਜਾਣਾ, ਤਾਂ ਮੈਂ ਸਾਲ ਪਹਿਲਾਂ ਆਪਣੇ ਆਪ ਨੂੰ ਪਵਿੱਤਰ ਕਰਨਾ ਸ਼ੁਰੂ ਕਰ ਦੇਣਾ ਕਿ ਮੈਂ ਆਉਂਦੇ ਸਾਲ ਨੂੰ ਕਿੱਥੇ ਜਾਣਾ ਹੈ, ਪਰਮੇਸ਼ਰ ਦੇ ਕੋਲ ਜਾਣਾ ਹੈ, ਭੇਟ ਚਾੜ ਕੇ ਆਉਣੀ ਹੈ, ਉੱਥੇ ਬਲੀ ਚਾੜ ਕੇ ਆਉਣੀ ਹੈ। ਨਸ਼ੇ ਤੋਂ ਦੂਰ ਰਹਿਣਾ, ਵਿਵਿਚਾਰ ਤੋਂ ਦੂਰ ਰਹਿਣਾ, ਚੋਰੀ ਤੋਂ ਦੂਰ ਰਹਿਣਾ, ਹਰ ਇੱਕ ਚੀਜ਼ ਤੋਂ ਦੂਰ ਰਹਿਣਾ। ਅੱਜ ਵਿਸ਼ਵਾਸੀ, ਅੱਜ ਤੁਸੀਂ ਕਿੰਨੀ ਪਵਿੱਤਰਤਾ ਹੀ ਰੱਖਦੇ ਹੋ ਆਪਣੇ ਪ੍ਰਾਰਥਨਾ ਵਿੱਚ ਜਾਣ ਤੋਂ ਪਹਿਲਾਂ? ਕਿੰਨਾ ਕੁ ਤੁਸੀਂ ਵਿਵਿਚਾਰ ਕਰਦੇ ਹੋ, ਕਿੰਨਾ ਆਪਣੇ ਆਪ ਨੂੰ ਸਾਫ਼ ਕਰਦੇ ਹੋ? ਜਾਂ ਚਰਚ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕਿੰਨੀ ਕੁ ਪ੍ਰਾਰਥਨਾ ਕਰਦੇ ਹੋ? ਕਿ ਤੁਸੀਂ ਸ਼ਨੀਵਾਰ ਨੂੰ ਪ੍ਰਾਰਥਨਾ ਸ਼ੁਰੂ ਕੀਤੀ ਆਪਣੀ ਕਿ ਮੈਂ ਪਰਮੇਸ਼ਰ ਚਰਚ ਵਿੱਚ ਜਾ ਰਿਹਾ, ਕੱਲ ਨੂੰ ਮੇਰਾ ਚਰਚ ਹੈ, ਪਰਮੇਸ਼ਰ ਕੱਲ ਨੂੰ ਮੇਰੀ ਤੇਰੇ ਨਾਲ ਮੁਲਾਕਾਤ ਹੈ, ਮੈਂ ਤੇਰੀ ਕੱਲ ਨੂੰ ਹਜ਼ੂਰੀ ਵਿੱਚ ਜਾਣਾ ਹੈ, ਪਰਮੇਸ਼ਰ ਮੈਨੂੰ ਪਾਕ ਕਰ, ਪਵਿੱਤਰ ਕਰ, ਸਾਫ਼ ਕਰ, ਮਸਾ ਕਰ ਮੈਨੂੰ। ਜਾਂ ਤੁਸੀਂ ਆਉਂਦੇ ਹੋਏ ਪੜ੍ਹਦੇ ਹੋਏ ਪਹਿਲਾਂ ਆਪਣੇ ਆਪ ਦੇ ਉੱਪਰ ਅੱਗ ਨੂੰ ਰਿਲੀਜ਼ ਕੀਤਾ, ਆਪਣੀ ਮਾਫੀ ਮੰਗੀ ਪਰਮੇਸ਼ਰ ਤੋਂ ਐਂਟਰ ਕਰਨ ਤੋਂ ਪਹਿਲਾਂ ਕਿ ਪਰਮੇਸ਼ਰ ਮੈਂ ਤੇਰੀ ਹਜ਼ੂਰੀ ਵਿੱਚ ਆ ਰਹੀ ਹਾਂ, ਤੇਰੀ ਹਜ਼ੂਰੀ ਵਿੱਚ ਆ ਰਹੇ ਹਾਂ। ਹਾਲੇਲੂਇਆ। ਹੰਨਾ ਜਾਣਦੀ ਸੀ ਕਿ ਜਿਹੜੇ ਚਰਚ ਵਿੱਚ ਮੈਂ ਜਾ ਰਹੀ ਹਾਂ, ਉਹ ਚਰਚ ਵਿੱਚ ਜਿਹੜਾ ਏਲੀ ਆ ਉਹਦਾ ਬੱਚੇ ਸਹੀ ਨਹੀਂ ਹੈ, ਬੱਚੇ ਉਹਦੇ ਵਿਚਾਰ ਕਰਦੇ ਸੀ ਏਲੀ ਦੇ।
ਇੱਕ ਬਾਈਬਲ 'ਚ ਏਲੀਆ, ਇੱਕ ਏਲੀ ਹੈ, ਇਹਦਾ ਫਰਕ ਹੈ। ਏਲੀਆ ਪਰਮੇਸ਼ਵਰ ਨਾਲ ਚੱਲਣ ਵਾਲਾ, ਏਲੀ ਪਰਮੇਸ਼ਵਰ ਦੇ ਬੱਚੇ ਨਹੀਂ ਚੱਲਦੇ ਸੀ, ਏਲੀ ਤੇ ਏਲੀ ਦੇ ਬੱਚੇ। ਹੋ ਸਕਦਾ ਜਦੋਂ ਹੰਨਾ ਆਪਣੇ ਬੱਚੇ ਨੂੰ ਛੱਡਣ ਜਾਂਦੀ ਹੋਏਗੀ ਸਾਮੂਏਲ ਨੂੰ, ਕਿਉਂਕਿ ਬਹੁਤ ਲੋਕ ਜਾਣਦੇ ਸੀਗੇ ਉਹ ਚਰਚ ਦੇ ਬਾਰੇ ਵੀ ਉਹ ਚਰਚ ਸਹੀ ਨਹੀਂ ਹੈ, ਉਹ ਪਾਸਟਰ ਸਹੀ ਨਹੀਂ ਹੈ, ਉਹਦੇ ਬੱਚੇ ਸਹੀ ਨਹੀਂ। ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਵੇ ਵੀ ਤੂੰ ਉਸ ਚਰਚ ਵਿੱਚ ਆਪਣੇ ਬੱਚੇ ਨੂੰ ਕਿਉਂ ਛੱਡਣ ਜਾ ਰਹੀ ਹੈ, ਉਹ ਬੱਚੇ ਤਾਂ ਵੀ ਵਿਚਾਰ ਕਰਦੇ ਆ, ਉਹ ਬੱਚੇ ਤਾਂ ਪਾਪ ਕਰਦੇ ਆ। ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਤੁਹਾਡੇ ਬੱਚੇ ਨੂੰ ਅਗਰ ਤੁਸੀਂ ਸਹੀ ਸਿੱਖਿਆ ਦੇ ਰਹੇ ਹੋ, ਅਗਰ ਤੁਸੀਂ ਆਪਣੇ ਬੱਚੇ ਨੂੰ ਸਹੀ ਗਾਈਡ ਕਰ ਰਹੇ ਹੋ, ਤੁਹਾਡੇ ਬੱਚੇ ਭਾਵੇਂ ਜਿੱਥੇ ਮਰਜ਼ੀ ਜਾਣ, ਉਹ ਕਦੇ ਵੀ ਗਲਤ ਨਹੀਂ ਹੋ ਸਕਦੇ। ਤਾਰੀਫ ਕਰੋ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਮੇਨ ਮਾਸਟਰ ਤੁਸੀਂ ਹੋ। ਬੋਲੋ ਕੀ ਹੋ? ਬੋਲੋ ਸਾਰੇ ਕੀ ਹੋ? ਮੇਨ ਮਾਸਟਰ ਕੀ ਹੋ? ਤੁਸੀਂ ਹੋ। ਬੱਚੇ ਦਾ ਮਾਂ-ਬਾਪ ਮੇਨ ਮਾਸਟਰ ਹੁੰਦਾ। ਆਪਣਾ ਮਾਂ-ਬਾਪ ਆਪਣੇ ਬੱਚੇ ਨੂੰ ਜਿਵੇਂ ਚਾਹੇ ਉਵੇਂ ਸਿਖਾ ਸਕਦਾ ਹੈ। ਹਾਲੇਲੂਇਆ, ਹਾਲੇਲੂਇਆ। ਬੱਚਾ ਕੋਰਾ ਕਾਗਜ਼ ਹੁੰਦਾ ਇੱਕ, ਉਹਦੇ ਉੱਪਰ ਜੈਸਾ ਲਿਖ ਦੋਗੇ ਵੈਸਾ ਹੀ ਲਿਖਿਆ ਜਾਏਗਾ। ਜਾਂ ਇੱਕ ਟਹਿਣੀ ਦੀ ਉਦਾਹਰਨ ਨਾਲ, ਇੱਕ ਟਹਿਣੀ ਹੁੰਦੀ ਹੈ ਦਰਖਤ ਤੇ, ਇੱਕ ਟਹਿਣੀ ਫੁੱਟਦੀ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਦਰਖਤ ਤੇ ਟਹਿਣੀ ਹੁੰਦੀ ਹੈ, ਉਹ ਜਦੋਂ ਟਹਿਣੀ ਹੁੰਦੀ ਹੈ ਉਹ ਬਰੀਕ ਹੁੰਦੀ ਹੈ, ਉਹਨੂੰ ਜਿੱਧਰੋਂ ਚਾਹੋ ਤੁਸੀਂ ਮੋੜ ਸਕਦੇ ਹੋ, ਕਿਉਂਕਿ ਉਹ ਨਰਮ ਹੈ, ਉਹ ਮੁੜ ਸਕਦੀ ਹੈ। ਪਰ ਜਦੋਂ ਟਾਹਣੀ ਤੋਂ ਡਾਣਾ ਬਣ ਗਿਆ ਫਿਰ ਨਹੀਂ ਮੁੜੇਗੀ ਉਹ। ਹਾਲੇਲੂਇਆ, ਹਾਲੇਲੂਇਆ। ਹੰਨਾ ਦਾ ਕੰਮ ਸੀ, ਜਦੋਂ ਵੀ ਉਹ ਚਰਚ ਵਿੱਚ ਜਾਂਦੀ ਸੀ ਸਾਮੂਏਲ ਨੂੰ ਮਿਲਦੀ ਸੀ, ਕਿਉਂਕਿ ਬਾਈਬਲ ਕਹਿੰਦੇ ਕਿ ਸਾਮੂਏਲ ਆਪਣੇ ਬੱਚੇ ਲਈ ਕੱਪੜੇ ਵੀ ਹੰਨਾ ਆਪਣੇ ਬੱਚੇ ਲਈ ਕੱਪੜੇ ਵੀ ਲੈ ਕੇ ਜਾਂਦੀ ਸੀ, ਸਾਲ ਦੀ ਸਾਲ ਆਪਣੇ ਬੱਚੇ ਨੂੰ ਮਿਲ ਕੇ ਆਉਂਦੀ ਸੀ। ਇਹ ਨਹੀਂ ਕਿ ਉਹਨੇ ਨੀਤ ਰੱਖੀ ਸੀ ਆਪਣੇ ਬੱਚੇ ਵਿੱਚ ਵੀ ਮੇਰਾ ਬੱਚਾ ਚਾੜਦਾ ਸੀ। ਅੱਜ ਕਈ ਲੋਕ ਨੀਤ ਰੱਖਦੇ ਆ, ਬੱਚਾ ਚੜ ਗਿਆ ਦੁਬਾਰਾ ਫੇਰ ਕੰਮਾਂ ਦੇ ਵਿੱਚ ਬਿਜੀ ਕਰਨਾ, ਦੁਬਾਰਾ ਫੇਰ ਪਰਮੇਸ਼ਰ ਤੋਂ ਦੂਰ ਕਰਨਾ। ਹਾਲੇਲੂਇਆ, ਹਾਲੇਲੂਇਆ। ਪਰ ਬਾਈਬਲ ਕਹਿੰਦੀ ਹੈ ਸਾਮੂਏਲ ਉੱਥੇ ਛੱਡਿਆ ਗਿਆ, ਕਿੱਥੇ? ਜਿਹੜੇ ਚਰਚ ਵਿੱਚ ਵਿਚਾਰ ਹੁੰਦਾ ਸੀ, ਜਿਹੜੀ ਚਰਚ ਵਿੱਚ ਅਗੁਏ ਦੇ ਬੱਚੇ ਸਹੀ ਨਹੀਂ ਸੀ। ਹੰਨਾ ਨੇ ਇੱਕੋ ਹੀ ਚੀਜ਼ ਸੋਚੀ ਸੀ। ਹੰਨਾ ਕਹਿੰਦੀ ਅਗਰ ਮੇਰੇ ਬੱਚੇ ਨੇ ਖਰਾਬ ਹੋਣਾ ਹੋਇਆ, ਅਗਰ ਮੇਰੇ ਬੱਚੇ ਨੇ ਗਲਤ ਹੋਣਾ ਹੋਇਆ, ਉਹ ਘਰੇ ਬੈਠਾ ਹੀ ਗਲਤ ਹੋ ਜਾਏਗਾ। ਅਗਰ ਮੈਂ ਪਰਮੇਸ਼ਰ ਨੂੰ ਸੌਂਪਾਂਗੀ, ਪਰਮੇਸ਼ਰ ਨੂੰ ਦਿੱਤੀ ਹੋਈ ਚੀਜ਼ ਕਦੇ ਵੀ ਖਰਾਬ ਨਹੀਂ ਹੋ ਸਕਦੀ। ਤਾਰੀਫ ਕਰੋ, ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਕੀ ਲੱਗਦਾ ਹੈ? ਤੁਹਾਨੂੰ ਕੀ ਲੱਗਦਾ ਕਿ ਪਰਮੇਸ਼ਰ ਦੇ ਹੱਥ ਕਮਜ਼ੋਰੇ ਆ? ਤੁਹਾਨੂੰ ਕੀ ਲੱਗਦਾ ਕਿ ਪਰਮੇਸ਼ਰ ਦੇ ਹੱਥ ਨਾਰਮਲ ਹੈ? ਤਾਂ ਹੀ ਲਿਖਿਆ ਬਾਈਬਲ 'ਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਸੌਂਪਣਾ ਇਹ ਭਿਆਨਕ ਗੱਲ ਹੈ। ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਦੇਣਾ ਇਹ ਭਿਆਨਕ ਗੱਲ ਹੈ। ਜਿਹੜੇ ਲੋਕ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਸੌਂਪ ਦਿੰਦੇ ਆ, ਜਿਹੜੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਕਰ ਦਿੰਦੇ ਆ, ਉਹਨਾਂ ਦਾ ਕਦੇ ਬਾਲ ਨਹੀਂ ਪਿੰਗਾ ਹੋ ਸਕਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਆਮੇਨ। ਮੈਂ ਕਿਹਾ ਬਦਲਣਗੇ, ਫੁੱਲਣਗੇ ਯਿਸੂ ਮਸੀਹ ਦੇ ਸਾਮਰਥੀ ਨਾਮ ਮੇ। ਆਮੇਨ। ਮੈਂ ਕਿਹਾ ਉਹਨਾਂ ਦੀ ਬੜੋਤੀ ਨਹੀਂ ਕੋਈ ਰੋਕ ਸਕਦਾ। ਆਮੇਨ। ਇੱਕ ਵਾਰੀ ਹੱਥਾਂ 'ਚ ਕਰਕੇ ਦੇਖੋ ਪਰਮੇਸ਼ਵਰ ਨੂੰ, ਆਪਣੇ ਬੱਚਿਆਂ ਨੂੰ ਸੌਂਪ ਕੇ ਦੇਖੋ ਪਰਮੇਸ਼ਵਰ ਨੂੰ। ਆ ਸਾਡੇ ਬੱਚੇ ਨਸ਼ੇ 'ਚ ਕਿਉਂ ਜਾਂਦੇ ਆ? ਸਾਡੇ ਬੱਚੇ ਵਿਚਾਰ 'ਚ ਕਿਉਂ ਜਾਂਦੇ ਆ? ਸਾਡੇ ਬੱਚੇ ਚੋਰੀਆਂ 'ਚ ਕਿਉਂ ਜਾਂਦੇ ਆ? ਕਿਉਂਕਿ ਸਾਡੀ ਗਾਈਡਨੈਸ ਗਲਤ ਹੈ, ਸਾਡੀ ਸਿੱਖਿਆ ਗਲਤ ਹੈ। ਸਾਡੀ ਕਦੇ ਬੱਚਿਆਂ ਲਈ ਪ੍ਰਾਰਥਨਾ ਨਹੀਂ ਕੀਤੀ ਅਸੀਂ ਨੇ, ਕਦੇ ਪਰਮੇਸ਼ਰ ਅੱਗੇ ਨਹੀਂ ਬੋਲੇ ਕਿ ਪਰਮੇਸ਼ਰ ਆਪਣੇ ਬੱਚੇ ਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰ। ਪਰਮੇਸ਼ਰ ਮੇਰੇ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਰੱਖ। ਪ੍ਰਭੂ ਮੈਂ ਚਾਹੁੰਦਾ ਕਿ ਮੇਰਾ ਬੱਚਾ ਤੇਰੀ ਸੇਵਾ ਕਰੇ। ਪ੍ਰਭੂ ਮੈਂ ਚਾਹੁੰਦਾ ਕਿ ਮੇਰੀ ਬੇਟੀ ਤੇਰੀ ਸੇਵਾ ਕਰੇ। ਅੱਜ ਕਈ ਤਾਂ ਲੋਕ ਰੋਕ ਵੀ ਦਿੰਦੇ ਆ ਆਪਣੀ ਬੇਟੀ ਨੂੰ, ਆਪਣੇ ਬੇਟੇ ਤੋਂ ਵੀ ਰੋਕ ਦਿੰਦੇ, ਨਹੀਂ ਬੇਟੇ ਨਹੀਂ ਜਾਣਾ, ਚਰਚ ਨਹੀਂ ਜਾਣਾ, ਸੇਵਾ ਨਹੀਂ ਕਰਨੀ, ਟਾਈਮ ਨਹੀਂ ਹੈ, ਐਵੇਂ ਕਰ। ਅਗਰ ਸਾਡਾ ਇੱਕ ਪਰਿਵਾਰ ਮੇਰੇ ਕੋਲ ਆਇਆ, ਉਹ ਕਹਿੰਦਾ ਉਹਦਾ ਬੱਚਾ ਕਹਿੰਦਾ ਮੈਂ ਚਰਚ ਵਿੱਚ ਜਾ ਕੇ ਸ਼ਨੀਵਾਰ ਨੂੰ ਸੇਵਾ ਕਰਨੀ ਆ। ਇੱਕ ਪਰਿਵਾਰ ਸਾਡੇ ਕੋਲ ਆਇਆ, ਉਹਦਾ ਬੇਟਾ ਕਹਿੰਦਾ ਮੰਮੀ ਮੈਂ ਸ਼ਨੀਵਾਰ ਨੂੰ ਜਾਣਾ ਸੇਵਾ ਕਰਨ ਵਾਸਤੇ। ਉਹਦਾ ਡੈਡੀ ਆਇਆ ਬਾਹਰੋਂ, ਗੁੱਸੇ ਦਾ ਉਹ ਕਿਸੇ ਨਾਲ ਹੋਰ ਹੋ ਕੇ ਆਇਆ, ਉਹ ਨਿਕਲਾ ਪਿਆ ਬਣਿਆ ਚਰਚ ਦਾ, ਘਰੇ ਜਿੱਥੇ ਕੰਮ ਹੁੰਦਾ ਨਹੀਂ ਜਾਓ ਚੱਜ 'ਚ। ਹਾਲੇਲੂਇਆ, ਹਾਲੇਲੂਇਆ। ਤੁਸੀਂ ਰੱਬ ਦੇ ਕੰਮਾਂ 'ਚ ਆਪਣੇ ਬੱਚੇ ਨੂੰ ਰੋਕ ਰਹੇ ਹੋ ਕਿ ਤੁਹਾਡਾ ਬੱਚਾ ਕਾਮਯਾਬ ਹੋ ਸਕਦਾ ਹੈ? ਮੈਂ ਕਿਹਾ ਬੋਲੋ,
ਅਗਰ ਤੁਹਾਡਾ ਬੱਚਾ ਸੇਵਾ ਕਰਨੀ ਚਾਹੁੰਦਾ, ਤੁਹਾਡਾ ਬੱਚਾ ਪ੍ਰਭੂ ਦੇ ਵਿੱਚ ਆਉਣਾ ਚਾਹੁੰਦਾ, ਤੁਸੀਂ ਤੁਹਾਡੀ ਕੀ ਕਾਮਯਾਬੀ ਹੈ? ਤੁਸੀਂ ਕੀ ਬੱਚੇ ਨੂੰ ਕਾਮਯਾਬ ਕਰ ਸਕਦੇ ਹੋ? ਬਾਈਬਲ ਦੱਸਦੀ ਹੈ ਪਰਮੇਸ਼ਰ ਚਾਹੇ ਇੱਕ ਨੂੰ ਉੱਚਾ ਕਰਦਾ, ਇੱਕ ਨੂੰ ਨੀਵਾਂ ਕਰਦਾ। ਹਾਲੇਲੂਇਆ। ਬਾਈਬਲ ਕਹਿੰਦੇ ਕਿ ਹੰਨਾ ਨੇ ਸਾਮੂਏਲ ਨੂੰ ਤੇ ਛੱਡਿਆ। ਜਦੋਂ ਅਸੀਂ ਪਹਿਲਾ ਸਾਮੂਏਲ 3 ਅਧਿਆਇ ਦੀ 1 ਆਇਤ ਨੂੰ ਅਸੀਂ ਪੜਾਂਗੇ, ਬਾਈਬਲ ਕਹਿੰਦੀ ਹੈ ਕਿ ਜਿਹੜਾ ਸਾਮੂਏਲ ਸੀ ਉਹ ਏਲੀ ਦੀ ਸੇਵਾ ਕਰਦਾ ਸੀ। ਮੈਂ ਤੁਹਾਨੂੰ ਡਿਟੇਲ ਸਮਝਾਉਣਾ ਚਾਹੁੰਦਾ ਸਾਮੂਏਲ ਦੇ ਬਾਰੇ। ਅਗਲੇ ਸੰਡੇ ਮੈਂ ਇਹ ਤੋਂ ਕਹਾਂ ਵਚਨ ਲੈ ਕੇ ਜਾਊਂਗਾ। ਇਸੇ ਵਚਨ ਦੇ ਵਿੱਚ ਪ੍ਰਭੂ ਨੇ ਚਾਹਿਆ ਤਾਂ, ਕਿਉਂਕਿ ਸਾਡੀ ਉਮੀਦ ਨਹੀਂ ਨਾ, ਹੋ ਸਕਦਾ ਮੈਂ ਗਾਹਾਂ ਨੂੰ ਜਿਉਂਦਾ ਰਹਾਂਗਾ ਜਾਂ ਨਹੀਂ ਰਹਾਂਗਾ, ਇਹ ਪਰਮੇਸ਼ਰ ਦੀ ਇੱਛਾ। ਬਾਈਬਲ ਕਹਿੰਦੀ ਹੈ ਕਮੰਡ ਨਾ ਕਰੋ। ਕਈ ਲੋਕ ਕਹਿੰਦੇ ਬਸ ਮੈਂ ਗਿਆ ਤੇ ਆਇਆ, ਕਹਿੰਦਾ ਤੁਸੀਂ ਜਾਣਦੇ ਨਹੀਂ ਪਲ ਕੇ ਕੀ ਹੋਣ ਵਾਲਾ ਹੈ। ਕਹਿੰਦਾ ਇਹ ਨਾ ਆਖੋ, ਬਾਈਬਲ 'ਚ ਲਿਖਿਆ ਇਹ ਨਾ ਕਹੋ ਬਸ ਮੈਂ ਆ ਗਿਆ 5 ਮਿੰਟਾਂ 'ਚ, ਇਹ ਕਮੰਡ ਹੈ। ਪ੍ਰਭੂ ਕਹਿੰਦਾ ਤੁਸੀਂ ਇਹ ਗੱਲ ਬੋਲੋ ਕਿ ਪ੍ਰਭੂ ਨੇ ਚਾਹੇ ਬਸ ਮੈਂ ਜਲਦੀ ਆ ਗਿਆ 5 ਮਿੰਟਾਂ 'ਚ, ਪ੍ਰਭੂ ਨੇ ਚਾਹੇ ਮੈਂ ਆ ਗਿਆ 5 ਮਿੰਟਾਂ ਦੇ ਵਿੱਚ। ਕੀ ਤੁਹਾਨੂੰ ਬਲੀਵ ਹੈਗਾ, ਵਿਸ਼ਵਾਸ ਹੈਗਾ ਕਿ ਤੁਸੀਂ ਪਹਿਲੇ ਪਾਸੇ ਚਰਚ ਵਿੱਚ ਗੇੜਾ ਮਾਰ ਕੇ ਇੱਥੇ ਆ ਸਕਦੇ ਹੋ? ਜਦ ਤੁਹਾਨੂੰ ਵਿਸ਼ਵਾਸ ਹੈਗਾ ਤੁਸੀਂ ਬਾਥਰੂਮ ਕਰਕੇ ਦੁਬਾਰਾ ਇੱਥੇ ਬੈਠ ਸਕਦੇ ਹੋ? ਹਾਲੇਲੂਇਆ। ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ। ਪਰਮੇਸ਼ਰ ਆਪਣੇ ਅਨੁਸਾਰ ਚਲਾਉਣਾ ਚਾਹੁੰਦਾ ਹੈ ਸਾਨੂੰ। ਅੱਜ ਆਪਣੀ ਇੱਛਾ ਨਾਲ ਅਨੁਸਾਰ, ਆਪਣੀ ਇੱਛਾ ਦੇ ਅਨੁਸਾਰ ਚਲਾਉਣਾ ਚਾਹੁੰਦਾ ਹੈ ਪਰਮੇਸ਼ਰ। ਆਪਣੀ ਇੱਛਾ ਮਤ ਲਓ, ਆਪਣੇ ਮੁਤਾਬਕ ਮਤ ਚਲੋ, ਆਪਣੀ ਬੁੱਧੀ ਦੇ ਅਨੁਸਾਰ ਨਾ ਚਲੋ। ਬਾਈਬਲ ਕਹਿੰਦੀ ਹੈ ਅੱਜ ਨਾ ਅਸੀਂ ਆਪਣੇ ਆਗੂਏ ਦੀ ਕਿੰਨੀ ਸੇਵਾ ਕੀਤੀ, ਆਪਣੇ ਆਗੂਏ ਦਾ ਕਿੰਨਾ ਧਿਆਨ ਦਿੱਤਾ, ਆਪਣੀ ਚਰਚ ਦਾ ਕਿੰਨਾ ਧਿਆਨ ਦਿੱਤਾ, ਇਹ ਮੈਨੇ ਰੱਖਦਾ। ਕਿੰਨਾ ਸਹਿਯੋਗ ਦਿੱਤਾ ਸੀ ਪ੍ਰਭੂ ਦੇ ਕੰਮਾਂ ਦੇ ਲਈ। ਕੀ ਤੁਹਾਡੇ ਕੋਲ ਪੈਸਾ ਦਿੱਤਾ ਪਰਮੇਸ਼ਰ ਨੇ? ਤੁਸੀਂ ਆਪਣੇ ਪੈਸੇ ਵਿੱਚੋਂ ਕਿੰਨਾ ਪੈਸਾ ਪਰਮੇਸ਼ਰ ਨੂੰ ਦਿੱਤਾ? ਪਰਮੇਸ਼ਰ ਨੇ ਤੁਹਾਨੂੰ ਸਾਹ ਦਿੱਤੇ, ਕਿੰਨੇ ਸਾਹ ਤੁਸੀਂ ਪਰਮੇਸ਼ਰ ਨੂੰ ਦਿੱਤੇ? ਪਰਮੇਸ਼ਰ ਨੇ ਬੱਚੇ ਤੁਹਾਨੂੰ ਦਿੱਤੇ, ਤੁਸੀਂ ਕਿੰਨੇ ਆਪਣੇ ਬੱਚੇ ਨੂੰ ਕਿੰਨੇ ਸੌਂਪੇ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ? ਹਾਲੇਲੂਇਆ, ਹਾਲੇਲੂਇਆ। ਇਹ ਮੈਨੇ ਰੱਖਦੇ ਇਹ ਚੀਜ਼। ਗਾਉਂ ਦੇ ਯਾਰ ਨਹੀਂ ਬਣਨਾ ਸੀ। ਬੋਲੋ ਕੀ ਬਣਨਾ? ਗਾਉਂ ਦੇ ਯਾਰ, ਕੱਲੇ ਲੈਣ ਵਾਲੇ ਨਹੀਂ, ਦੇਣ ਵਾਲੇ ਬਣਨਾ। ਹੰਨਾ ਲੈਣ ਜਾਣਦੀ ਸੀ, ਉਹ ਇਹ ਪ੍ਰਾਰਥਨਾ ਕਰ ਸਕਦੀ ਕਿ ਪਰਮੇਸ਼ਰ ਮੈਨੂੰ ਬੇਟਾ ਦੇ। ਇਹ ਬੋਲ ਸਕਦੀ ਸੀ ਹੰਨਾ ਪਰਮੇਸ਼ਰ ਮੈਨੂੰ ਬੇਟਾ ਦੇ, ਸ਼ਾਇਦ ਪਰਮੇਸ਼ਰ ਤਾਂ ਵੀ ਦੇ ਦਿੰਦਾ ਉਹਨੂੰ। ਪਰ ਹੰਨਾ ਨੇ ਨਾਲ ਸ਼ਰਤ ਰੱਖ ਲਈ ਕਿ ਕਹਿੰਦੀ ਜੋ ਤੂੰ ਮੈਨੂੰ ਬੱਚਾ ਦੇਂਗਾ ਉਹ ਮੈਂ ਤੈਨੂੰ ਚਾੜ ਦੂੰਗੀ, ਤੇਰੇ ਲਈ ਆਪਣੇ ਬੱਚੇ ਨੂੰ ਚਾੜ ਦੂੰਗੀ। ਹਾਲੇਲੂਇਆ, ਹਾਲੇਲੂਇਆ। ਪਰ ਅੱਜ ਕਈ ਲੋਕ ਜਦੋਂ ਬਾਹਰ ਜਾਂਦੇ ਆ ਜਾਂ ਜੌਬ ਦਾ ਇੰਤਜ਼ਾਮ ਨਹੀਂ ਹੁੰਦਾ, ਕਈ ਲੋਕ ਪ੍ਰੋਮਿਸ ਕਰਦੇ ਆ ਪਰਮੇਸ਼ਰ ਨੇ ਸੰਤ ਜੀ ਪ੍ਰੇਅਰ ਕਰੋ ਜਿਹੜੀ ਪਹਿਲੀ ਨੌਕਰੀ ਹੋਏਗੀ ਉਹ ਅਸੀਂ ਤੈਨੂੰ ਦੇ ਦਾਂਗੇ। ਪਰਮੇਸ਼ਰ ਕਈ ਵਾਰੀ ਨੌਕਰੀ ਵੀ ਦਿੰਦਾ, ਕਿ ਲੋਕ ਫੇਰ ਨਹੀਂ ਪੂਰ ਉਤਰਦੇ। ਇੱਕ ਪਰਿਵਾਰ ਸਾਡੇ ਕੋਲ ਆਇਆ ਜਿਹਨੇ ਪਰਮੇਸ਼ਰ ਅੱਗੇ ਵਾਅਦਾ ਕੀਤਾ ਕਿ ਪਰਮੇਸ਼ਰ ਨੂੰ ਮੈਨੂੰ ਕਹਿੰਦੇ ਬਸ਼ੀ ਮਾਂ ਓਕੇ, ਕਹਿੰਦੇ ਪ੍ਰਾਰਥਨਾ ਕਰੋ ਸਾਡਾ ਬੱਚਾ ਬਲੈਸ ਹੋ ਜਾਏ, ਸਾਡਾ ਬੱਚਾ ਆਸ਼ੀਸ਼ ਹੋ ਜਾਏ। ਮਾਂ ਤੁਹਾਨੂੰ ਤਾਂ ਆਸ਼ੀਸ਼ ਮਿਲੇਗੀ, ਫਿਰ ਪਰਮੇਸ਼ਰ ਲਈ ਕੀ ਕਰੋਗੇ ਤੁਸੀਂ? ਪ੍ਰਭੂ ਲਈ ਕੀ ਕਰਨਾ ਚਾਹੁੰਦੇ ਹੋ ਤੁਸੀਂ? ਕਿਉਂਕਿ ਟਿਕਟ ਤਾਂ ਪਰਮੇਸ਼ਰ ਨੇ ਲਵਾਉਣੀ ਹੈ। ਉਹ ਕਹਿੰਦੇ ਜੀ ਜਿਹੜੀ ਪਹਿਲੀ ਤਨਖਾਹ ਹੋਏਗੀ ਚਰਚ ਵਿੱਚ ਦੇਵਾਂਗੇ ਅਸੀਂ। ਮੈਂ ਚਲੋ ਠੀਕ ਹੈ। ਪਰਮੇਸ਼ਵਰ ਨੇ ਐਸੀ ਕਿਰਪਾ ਕੀਤੀ, ਐਸੀ ਦਇਆ ਕੀਤੀ ਕਿ ਉਹਨਾਂ ਦਾ ਬੇਟਾ ਜਿਹਦੀ ਸੈਲਰੀ ਮਹੀਨੇ ਦੀ 50,000 ਉਸ ਨੌਕਰੀ ਨਾਲ ਬਲੈਸ ਕੀਤਾ ਪਰਮੇਸ਼ਰ ਦੇ ਬੇਟੇ ਨੂੰ। ਹਾਲੇਲੂਇਆ। ਸੁਣੋ ਅੱਗੇ, ਤਾੜੀ ਅੱਗੇ ਤੁਸੀਂ ਮਾਰਿਓ ਤਾੜੀ। ਪਰ ਬਾਈਬਲ ਕਹਿੰਦੇ ਦਿਲ ਸਾਰੀਆਂ ਚੀਜ਼ਾਂ ਨਾਲ ਧੋਖੇਬਾਜ਼ ਹੈ। ਬੋਲੋ ਕੀ ਆ? ਦਿਲ ਕੀ ਆ? ਸਾਰੀਆਂ ਚੀਜ਼ਾਂ ਨਾਲ ਧੋਖੇਬਾਜ਼ ਹੈ। ਇਹ ਮਨ ਤੇ ਪਲ ਪਲ ਤੇ ਗੇੜਾ ਖਾਂਦਾ। ਇਹ ਮਨ ਤੇ ਇੱਕ ਮਿੰਟ ਤੇ ਗੇੜਾ ਖਾਂਦਾ ਸਾਡਾ ਮਨ। ਜਦੋਂ 50,000 ਆ ਗਿਆ ਫਿਰ ਮਨ ਬੇਈਮਾਨ ਹੋ ਗਿਆ। ਪਹਿਲਾਂ ਬਹੁਤ ਸਾਰੇ ਧਰਮ ਸਥਾਨ ਤੇ ਗਏ, ਉਹਨਾਂ ਨੇ ਸੁੱਖਾਂ ਸੁੱਖੀਆਂ, ਡੱਬੇ ਸੁੱਖੇ, ਪੈਸੇ ਸੁੱਖੇ, ਬੜਾ ਕੁਝ ਕੀਤਾ, ਕਿਤੋਂ ਬਲੈਸ ਨਹੀਂ ਹੋਇਆ। ਚਰਚ ਵਿੱਚ ਆਏ, ਪਰਮੇਸ਼ਰ ਨੇ ਬਲੈਸ ਕੀਤਾ। ਬਾਹਰ ਵੀ ਜਦੋਂ 50,000 ਆ ਗਿਆ ਫਿਰ ਬਾਅਦ ਚ ਧਰਮ ਵੀ ਯਾਦ ਆ ਗਏ ਦੂਸਰੇ। ਕਹਿੰਦੇ ਪਾਸਟਰ ਜੀ ਅਸੀਂ
ਫਲਾਨੀ ਜਗ੍ਹਾ 'ਚ ਵੀ ਜਾਂਦੇ ਆ, ਫਲਾਨੀ ਜਗ੍ਹਾ 'ਚ ਵੀ ਜਾਂਦੇ ਆ, ਵੀ ਅਸੀਂ ਐਵੇਂ ਕਰਦੇ ਵੀ ਅੱਧੇ ਤੁਹਾਨੂੰ ਦਿੰਦੇ ਆ ਤੇ ਅੱਧੇ ਅਸੀਂ ਜਿੱਥੇ ਪਹਿਲਾਂ ਸੁੱਖੋ ਸੁੱਖੀ ਸੀ ਉੱਥੇ ਦੇ ਕੇ ਆਉਣਾ ਸੀ ਨੇ। ਕਿਉਂਕਿ ਮੇਰਾ ਤਾਂ ਇਹੋ ਜਿਹਾ ਮਨ ਹੀ ਨਹੀਂ ਹੈ। ਮੈਂ ਕਹਿੰਦਾ ਚਲੋ ਤੁਹਾਡੀ ਮਰਜ਼ੀ ਹੈ ਜੀ, ਤੁਸੀਂ ਕੀ ਸੋਚਿਆ ਰੱਬ ਨਾਲ ਮੈਨੂੰ ਨਹੀਂ ਪਤਾ। ਅੱਧੇ ਚਰਚ ਵਿੱਚ ਆਏ, ਲੇਕਿਨ ਉਦੋਂ ਕਿੱਥੇ ਸੀ ਉਹ ਸੁੱਖ ਵਾਲੇ? ਜਦੋਂ ਪਹਿਲਾਂ ਸੁੱਖਾਂ ਸੁੱਖੀਆਂ ਉਦੋਂ ਕਿਉਂ ਨਹੀਂ ਬਲੈਸ ਕੀਤਾ? ਜਾਂ ਪਹਿਲਾਂ ਜਿੱਥੇ ਪਹਿਲਾਂ ਡੱਬੇ ਸੁੱਖੇ ਸੀ ਉੱਥੋਂ ਕਿਉਂ ਨਹੀਂ ਬਲੈਸ ਕੀਤਾ? ਤਾਂ ਹੀ ਲਿਖਿਆ ਬਾਈਬਲ 'ਚ, ਹੇ ਦੋ ਚਿੱਤਿਓ ਆਪਣੇ ਮਨਾਂ ਨੂੰ ਕੀ ਕਰੋ? ਪਵਿੱਤਰ ਕਰੋ, ਆਪਣੇ ਮਨਾਂ ਨੂੰ ਸਾਫ਼ ਕਰੋ। ਦੋ ਬੇੜੀਆਂ ਤੇ ਚੱਲਣ ਵਾਲਾ ਇਨਸਾਨ ਪਾੜ ਜਾਏਗਾ ਵਿਚਾਲੋਂ। ਅਗਰ ਇੱਕ ਇੱਧਰ ਕਿਸ਼ਤੀ ਹੈ, ਇੱਕ ਇੱਧਰ, ਮੈਂ ਦੋਨਾਂ ਦੇ ਲੱਤਾਂ ਧਰੂੰਗਾ, ਇੱਕ ਇੱਧਰ ਲੱਤ ਧਰੂੰਗਾ, ਉਹਨੇ ਇੱਧਰ ਨੂੰ ਜਾਣਾ, ਇੱਧਰੋਂ ਮੈਂ ਵਿਚਾਲੋਂ ਪਾੜ ਜਾਣਾ, ਮੈਂ ਖਿੰਡ ਜਾਣਾ ਵਿਚਾਲੋਂ। ਹਾਲੇਲੂਇਆ, ਹਾਲੇਲੂਇਆ। ਉਸ ਤੋਂ ਬਾਅਦ ਤੀਸਰੇ ਮਹੀਨੇ ਆ ਕੇ ਜਿਹੜੇ ਬੱਚੇ ਨੂੰ ਪਰਮੇਸ਼ਰ ਨੇ ਬਲੈਸ ਕੀਤਾ ਸੀ 50,000 ਦੀ ਮਹੀਨੇ ਦੀ ਤਨਖਾਹ ਨਾਲ, ਉਸੇ ਬੱਚੇ ਤੋਂ ਜਿਹੜੀ ਜਗ੍ਹਾ 'ਚ ਉਹ ਲੱਗਿਆ ਸੀ ਉਹ ਜਗ੍ਹਾ 'ਚ ਗੜਬੜੀ ਹੋ ਗਈ, ਉਹ ਤੋਂ ਗਲਤੀ ਹੋ ਗਈ, ਕਾਗਜ਼ ਗਲਤ ਭਰੇ ਗਏ ਜੌਬ ਦੇ ਵਿੱਚ। ਜਦੋਂ ਕਾਗਜ਼ ਗਲਤ ਭਰੇ ਗਏ, ਜਿੱਥੇ ਉਹਨਾਂ ਨੇ ਰਿਸੀਵ ਕੀਤਾ ਸੀ, ਜਿਹੜੇ ਮਾਲਕ ਨੇ ਰੱਖਿਆ ਸੀਗਾ, ਜਿੱਥੇ ਰੱਖਿਆ, ਜਿਹੜੀ ਕੰਪਨੀ ਨੇ ਰੱਖਿਆ ਸੀਗਾ, ਉਹ ਕੰਪਨੀ ਨੇ ਉਸ ਬੰਦੇ ਨੂੰ ਕੈਂਸਲ ਕਰ ਦਿੱਤਾ। ਗਿਆ 50,000 ਤਾਂ ਕਿ 25 ਤੋਂ ਵੀ ਗਿਆ, 10,000 ਤੋਂ ਵੀ ਗਿਆ। ਹਾਲੇਲੂਇਆ, ਹਾਲੇਲੂਇਆ। ਅਗਰ ਉਹ ਪ੍ਰਭੂ ਨਾਲ ਵਫਾਦਾਰ ਰਹਿਣਾ, ਜਿੰਨੀ ਭੇਟ ਉਹਨੇ ਪਰਮੇਸ਼ਰ ਨਾਲ ਵਾਅਦਾ ਕੀਤਾ ਸੀ ਕਿ ਓਨੀ ਪਰਮੇਸ਼ਰ ਦੇ ਚਰਨਾਂ ਵਿੱਚ ਲੈ ਕੇ ਆਉਣਾ, ਮੈਂ ਦਾਅਵਾ ਕਰਦਾ ਇਸ ਗੱਲ ਦਾ ਕਿ ਉਹਦੀ ਜੌਬ ਕੋਈ ਨਹੀਂ ਛੁਡਾ ਸਕਦਾ ਸੀਗਾ। ਤਾਰੀਫ ਕਰੋ, ਹਾਲੇਲੂਇਆ, ਹਾਲੇਲੂਇਆ। ਪੰਜਾਬੀ 'ਚ ਕਹਾਵਤ ਹੈ ਇੱਕ, ਕਹਿੰਦੇ ਬਾਲਾ ਜਾਂਦਾ ਦਿਸੇ ਨਾ ਥੋੜੇ ਦੀ ਸਬਰ ਕਰ ਲੈ। ਜੇ ਲੱਗੇ ਨਾ ਵੀ ਬਾਲਾ ਜਾ ਰਿਹਾ ਤਾਂ ਥੋੜੀ ਦੀ ਕਰ ਲੋ, ਸਬਰ ਕਰ ਲੋ। ਹਾਲੇਲੂਇਆ, ਹਾਲੇਲੂਇਆ। ਬਾਈਬਲ ਕਹਿੰਦੀ ਹੈ, ਜਦੋਂ ਅਸੀਂ ਪੜਾਂਗੇ ਪਹਿਲਾ ਸਾਮੂਏਲ 3 ਅਧਿਆਇ ਦੀ 1 ਆਇਤ ਨੂੰ ਅਸੀਂ ਪੜਾਂਗੇ। ਕਿੰਨੇ ਕੋਲ ਬਾਈਬਲਾਂ ਨੇ? ਆਪਣੇ ਹੱਥ ਉਠਾਓ। ਕਾਪੀ ਪੈਨ ਕਿੰਨੇ ਕੋਲ ਹੈ? ਤੁਹਾਡੇ ਕੋਲ ਕਾਪੀ ਪੈਨ ਹੈਗੇ? ਅੱਛਾ, ਇੱਕ ਮੈਨੂੰ ਇਹ ਦੱਸੋ, ਇੱਕ ਸਕਿੱਚ ਲੈ ਕੇ ਆਓ ਮੇਰੇ ਕੋਲ। ਸਟਾਲ ਦੇ ਉੱਪਰ ਨਾ ਸਕਿੱਚ ਪਿਆ, ਉਹ ਮਾਰਕਰ, ਉਹ ਜਲਦੀ ਲੈ ਕੇ ਆਓ। 2 ਪੀਸ ਲੈ ਕੇ ਆਓ, ਇੱਕ ਰੈੱਡ ਇੱਕ ਗ੍ਰੀਨ। ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ। ਹਾਲੇਲੂਇਆ, ਹਾਲੇਲੂਇਆ। ਇਹ ਹਰ ਸੰਡੇ ਸਟੱਡੀ ਹੁੰਦੀ ਹੈ, ਹਰ ਸੰਡੇ ਇਹ ਪ੍ਰੀਚਿੰਗ ਹੁੰਦੀ ਹੈ। ਇਸ ਵਚਨ ਨੂੰ ਪੜ੍ਹੀਏ ਜਲਦੀ, ਇਸ ਵਚਨ ਨੂੰ ਪੜ੍ਹੋ। ਉਹ ਮੁੰਡਾ ਜਲਦੀ ਬੇਟੇ। ਉਹ ਮੁੰਡਾ ਹਾਂ, ਸਾਮੂਏਲ ਏਲੀ ਦੇ ਸਾਹਮਣੇ ਹਾਂ, ਯਹੋਵਾ ਦੀ ਟਹਿਲ ਕਰਦਾ ਸੀ। ਬੋਲੋ ਹਾਲੇਲੂਇਆ। ਸਾਮੂਏਲ ਚਰਚ ਵਿੱਚ ਛੱਡਿਆ ਗਿਆ, ਪਰਮੇਸ਼ਰ ਦੇ ਸਾਹਮਣੇ ਏਲੀ ਦੀ ਟਹਿਲ ਕਰਦਾ ਸੀ, ਜਣੀ ਆਪਣੇ ਅਗੂਏ ਦੀ ਸੇਵਾ ਕਰਦਾ। ਸ਼ਾਇਦ ਲੱਤਾਂ ਘੁੱਟਦਾ ਹੋਏਗਾ, ਸ਼ਾਇਦ ਪੈਰ ਮਸਲਦਾ ਹੋਏਗਾ, ਨਹੀਂ, ਨੋ। ਸੇਵਾ ਦਾ ਮਤਲਬ ਉਹਦੀ ਹਰ ਇੱਕ ਗੱਲ ਨੂੰ ਸੁਣਨਾ, ਅਗੂਏ ਦੀ ਹਰ ਇੱਕ ਗੱਲ ਨੂੰ ਸੁਣਨਾ ਤੇ ਉਹਨੂੰ ਪੂਰਾ ਕਰਨਾ, ਇਹ ਸੇਵਾ ਹੈ। ਅਗਰ ਅਸੀਂ ਅਗੂਏ ਦੀ ਕੋਈ ਗੱਲ ਨਹੀਂ ਸੁਣ ਰਹੇ, ਅਸੀਂ ਉਹਦੇ ਪੈਰੀਂ ਹੱਥ ਲਾਈ ਜਾਂਦੇ ਆ, ਲੱਤਾਂ ਘੁੱਟੀ ਜਾਂਦੇ ਆ। ਜਿੱਥੋਂ ਅਗੂਆ ਰੋਕ ਰਿਹਾ ਉੱਥੋਂ ਰੁਕ ਨਹੀਂ ਰਹੇ, ਜਿੱਥੋਂ ਜਿਹੜੇ ਪਾਪ ਤੋਂ ਅਗੂਆ ਰੋਕਦਾ ਉਹ ਰੁਕ ਨਹੀਂ ਰਹੇ, ਤਾਂ ਫਿਰ ਲੱਤਾਂ ਘੁੱਟਣ ਦਾ, ਪੈਰ ਮਸਲਣ ਦਾ ਕੋਈ ਸੇਵਾ ਨਹੀਂ ਕਹਿ ਸਕਦੇ ਅਸੀਂ। ਬਾਈਬਲ ਕਹਿੰਦੇ ਕਿ ਸਾਮੂਏਲ ਪਰਮੇਸ਼ਰ ਦੇ ਅੱਗੇ ਸਾਹਮਣੇ ਆਪਣੇ ਅਗੂਏ ਦੇ, ਉਹੀ ਮਾਰਕਰ ਨੀਲੇ ਲਾਲ ਕਿੱਥੇ ਨੇ? ਡੱਬੇ ਵਿੱਚ ਸੀ ਉਹ, ਹਨਾ? ਓਕੇ, ਲੈ ਕੇ ਆਓ। ਹਾਲੇਲੂਇਆ, ਥੈਂਕ ਯੂ ਜੀਸਸ। ਅੱਗੇ ਕੀ ਹੋਇਆ ਵਚਨ ਜੋ ਦੇਖਾਂਗੇ ਆਪਾਂ। ਹਾਂ, ਉਹ ਮੁੰਡਾ ਹਾਂ, ਸਮੂਏਲ ਏਲੀ ਦੇ ਸਾਹਮਣੇ, ਉਹ ਮੁੰਡਾ ਜਿਹੜਾ ਹੰਨਾ ਦਾ ਬੇਟਾ, ਜਿਹੜਾ ਚਰਚ ਵਿੱਚ ਚਾੜਿਆ ਗਿਆ, ਪਰਮੇਸ਼ਰ ਦੇ ਸਾਹਮਣੇ ਏਲੀ ਦੀ ਸੇਵਾ ਕਰਦਾ ਰਿਹਾ। ਅੱਗੇ ਯਹੋਵਾ ਦੀ ਟਹਿਲ ਕਰਦਾ ਸੀ ਪਰਮੇਸ਼ਰ ਦੀ ਸੇਵਾ ਕਰਦਾ ਸੀ। ਅਤੇ ਉਹਨਾਂ ਦਿਨਾਂ ਵਿੱਚ ਯਹੋਵਾ ਦੀ ਬਾਣੀ ਵੱਡੀ ਦੁਰਲਭ ਸੀ, ਹਾਂ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ। ਅੱਗੇ ਅਤੇ ਉਸ ਵੇਲੇ ਅਜਿਹਾ ਹੋਇਆ, ਕੀ ਹੋਇਆ? ਜਦ ਏਲੀ ਆਪਣੇ ਥਾਂ ਲੰਮਾ ਪਿਆ ਸੀ। ਬੋਲੋ ਹਾਲੇਲੂਇਆ। ਬਾਈਬਲ ਕਹਿੰਦੀ ਹੈ ਸਾਮੂਏਲ ਦੇ ਟਾਈਮ ਤੇ ਵਚਨ ਬਹੁਤ ਘੱਟ ਸੀਗਾ। ਬੋਲੋ ਕੀ ਸੀਗਾ? ਬੋਲੋ ਉੱਚਾ ਬੋਲੋ। ਵਚਨ ਬਹੁਤ ਘੱਟ ਸੀਗਾ, ਦਰਸ਼ਨ ਬਹੁਤ ਘੱਟ ਹੁੰਦੇ ਸੀ ਪਰਮੇਸ਼ਰ ਦੇ ਉਸ ਸਮੇਂ ਦੇ ਵਿੱਚ। ਇੱਕ ਨਾ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਅਗਰ ਤੁਸੀਂ, ਇਹ ਮੈਂ ਵੇਚਣ ਦੇ ਲਈ ਨਹੀਂ ਕਹਿ ਰਿਹਾ ਕਿ ਤੁਸੀਂ, ਇਹ ਮੈਂ ਵੇਚਣ ਲਈ ਕਹਿ ਰਿਹਾ ਨਾ, ਤੁਸੀਂ ਇੱਕ ਐਦਾਂ ਦੇ ਉਥੋਂ ਲੈ ਸਕਦੇ ਹੋ, ਸਟਾਲ ਤੋਂ ਲੈ ਸਕਦੇ ਹੋ। ਅਗਲੀ ਵਾਰ ਮੰਨ ਲਓ ਮੈਂ ਪਵਿੱਤਰਤਾਈ ਦੇ ਵਚਨ ਤੁਹਾਨੂੰ ਸੁਣਾ ਰਿਹਾ, ਜਿੰਨੇ ਤੁਸੀਂ ਪਵਿੱਤਰਤਾਈ ਦੇ ਵਚਨਾਂ ਦੇ ਉੱਪਰ ਮਾਰਕਰ ਕਰੋ ਆਪਣੀ ਬਾਈਬਲ ਦੇ ਉੱਪਰ। ਜੇ ਤੁਸੀਂ ਬਾਈਬਲ ਖੋਲੋ ਤੁਹਾਨੂੰ ਪੜਕ ਯਾਦ ਆਏ। ਇਹ ਜਦੋਂ
ਲਾਓਗੇ ਨਾ ਤੁਸੀਂ ਬਾਈਬਲ ਦੇ ਉੱਪਰ, ਉਹ ਨਿਸ਼ਾਨੀ ਲੱਗੇਗੀ, ਅੱਖਰ ਨਹੀਂ ਮਿਟਣਗੇ ਉਹਦੇ, ਕਿਉਂਕਿ ਮੇਰੀ ਆਪਣੀ ਮੈਂ ਯੂਜ਼ ਕਰਦਾ ਆਪਣੀ ਬਾਈਬਲ ਦੇ ਉੱਪਰ। ਮੈਂ ਇੱਕ ਪਰਸਨਲ ਬਾਈਬਲ ਰੱਖੀ ਹੋਈ ਆ ਕਿ ਜਦੋਂ ਬਾਈਬਲ ਪੜ੍ਹਦਾ ਮੈਂ ਇਹਦੇ ਉੱਪਰ ਟਿਕ ਲਾਉਣਾ, ਕਿਉਂਕਿ ਜਦੋਂ ਮੈਂ ਵਚਨ ਪੜ੍ਹਦਾ ਤਾਂ ਉਸ ਉੱਪਰ ਮੈਨੂੰ ਪ੍ਰੋਬਲਮ ਨਹੀਂ ਪੈਂਦੀ। ਹਾਲੇਲੂਇਆ। ਬਾਈਬਲ ਕਹਿੰਦੇ ਕਿ ਉਸ ਟਾਈਮ ਦੇ ਵਿੱਚ ਦਰਸ਼ਨ ਬਹੁਤ ਘੱਟ ਹੁੰਦੇ ਸੀ, ਪਰ ਸਾਮੂਏਲ ਨੇ ਇੱਕ ਆਵਾਜ਼ ਨੂੰ ਸੁਣਿਆ। ਜੋ ਸਾਮੂਏਲ ਦੀ ਪਰਮੇਸ਼ਰ ਨੇ ਵਫਾਦਾਰੀ ਨੂੰ ਵੇਖਿਆ, ਇਮਾਨਦਾਰੀ ਨੂੰ ਵੇਖਿਆ, ਤਾਂ ਪਰਮੇਸ਼ਰ ਨੇ ਸਾਮੂਏਲ ਨੂੰ ਆਵਾਜ਼ ਮਾਰੀ, ਹੇ ਸਾਮੂਏਲ ਤੂੰ ਕਿੱਥੇ ਹੈ? ਹੇ ਸਾਮੂਏਲ ਮੈਂ ਤੈਨੂੰ ਬੁਲਾ ਰਿਹਾ। ਤਾਂ ਬਾਈਬਲ ਦੱਸਦੀ ਹੈ ਕਿ ਜਦੋਂ ਪਰਮੇਸ਼ਵਰ ਨੇ ਸਾਮੂਏਲ ਨੂੰ ਆਵਾਜ਼ ਮਾਰੀ ਸੀ, ਉਹ ਵੱਖਰੀ ਆਵਾਜ਼ ਨਹੀਂ ਸੀ। ਪਰਮੇਸ਼ਵਰ ਨੇ ਸਾਮੂਏਲ ਦੇ ਅਗੁਏ ਦੀ ਆਵਾਜ਼ ਵਿੱਚ ਸਾਮੂਏਲ ਨੂੰ ਆਵਾਜ਼ ਮਾਰੀ। ਤਾਰੀਫ ਕਰੋ। ਹਾਲੇਲੂਇਆ, ਹਾਲੇਲੂਇਆ। 3 ਵਾਰੀ ਆਵਾਜ਼ ਪਈ। ਪਰਮੇਸ਼ਵਰ ਸਾਡੇ ਪਾਪ ਨੂੰ ਸਾਡੇ ਬੱਚਿਆਂ ਉੱਪਰ ਪ੍ਰਗਟ ਕਰ ਸਕਦਾ ਹੈ। ਪਰਮੇਸ਼ਰ ਮੇਰੇ ਪਾਪ ਨੂੰ ਮੇਰੇ ਨਾਲ ਦੇ ਚੇਲੇ ਦੇ ਉੱਪਰ ਪ੍ਰਗਟ ਕਰ ਸਕਦਾ। ਕਈ ਵਾਰੀ ਅਸੀਂ ਕਹਿੰਦੇ ਆ ਨਾ ਵੀ ਯਾਰ ਲੈ ਤੂੰ ਤਾਂ ਕੱਲ ਦਾ ਜਵਾਕ ਹੈ, ਤੈਨੂੰ ਕੀ ਪਤਾ ਹੈ। ਬਾਈਬਲ ਕਹਿੰਦੀ ਹੈ ਸਾਮੂਏਲ ਪਰਮੇਸ਼ਰ ਨਾਲ ਸਹੀ ਚੱਲਦਾ ਸੀ, ਆਪਣੇ ਅਗੁਏ ਦੇ ਅਧੀਨ ਸੀ, ਪਰ ਪਰਮੇਸ਼ਰ ਦਾ ਵਚਨ ਦੱਸਦਾ ਕਿ ਉਸ ਟਾਈਮ ਦਰਸ਼ਨ ਘੱਟ ਹੁੰਦੇ ਸੀ, ਬਾਣੀ ਵੀ ਘੱਟ ਸੀ। ਪਰ ਸਾਮੂਏਲ ਨੂੰ ਆਵਾਜ਼ ਆਈ ਆਕਾਸ਼ ਦੇ ਵਿੱਚੋਂ, ਪਰਮੇਸ਼ਰ ਦੀ ਆਵਾਜ਼ ਸਾਮੂਏਲ ਨੂੰ ਕਹਿਣ ਲੱਗੀ ਸਾਮੂਏਲ। ਪਰ ਆਵਾਜ਼ ਪਰਮੇਸ਼ਰ ਦੀ ਆਈ ਸੀ, ਪਰ ਜਿਹੜੀ ਆਵਾਜ਼ ਸੀ ਉਹ ਏਲੀ ਦੀ ਆਵਾਜ਼ ਦੀ ਤਰ੍ਹਾਂ ਸੀ, ਮਿਕਸ ਹੁੰਦੀ ਸੀ। ਮੰਨ ਲਓ ਇੱਕ ਆਪਾਂ ਗੱਲ ਕਰੀਏ ਕਿ ਮੇਰੀ ਬੇਟੀ ਨੂੰ, ਮੇਰੇ ਬੇਟੇ ਨੂੰ ਜਾਂ ਭਾਈ ਨਿੰਦਰ ਨੂੰ ਪਰਮੇਸ਼ਰ ਆਵਾਜ਼ ਮਾਰੇ, ਇਹ ਸੁੱਤਾ ਪਿਆ ਕਮਰੇ ਵਿੱਚ, ਆਵਾਜ਼ ਪਰਮੇਸ਼ਰ ਨੇ ਮਾਰੀ, ਲੱਗਿਆ ਕਿ ਮੇਰੇ ਅਗੁਏ ਆਵਾਜ਼ ਮਾਰਦੇ ਆ। ਸਾਮੂਏਲ ਉੱਠ ਕੇ ਜਦੋਂ ਆਪਣੇ ਅਗੁਏ ਦੇ ਕੋਲ ਆਇਆ, ਹਾਂ ਸਵਾਮੀ ਜੀ ਤੁਸੀਂ ਮੈਨੂੰ ਆਵਾਜ਼ ਮਾਰੀ ਆ? ਉਹ ਕਹਿੰਦਾ, ਉਹਦਾ ਅਗੁਆ ਕਹਿੰਦਾ ਨਾ ਨਾ ਮੈਂ ਤੈਨੂੰ ਆਵਾਜ਼ ਨਹੀਂ ਮਾਰੀ। ਕਹਿੰਦਾ ਨਹੀਂ ਸੰਤ ਜੀ ਤੁਸੀਂ ਮੈਨੂੰ ਆਵਾਜ਼ ਮਾਰੀ, ਕਿਉਂਕਿ ਪਰਮੇਸ਼ਰ ਦੀ ਆਵਾਜ਼ ਅਤੇ ਅਗੁਏ ਦੀ ਆਵਾਜ਼ ਇੱਕੋ ਜਿਹੀ ਸੀ। ਇੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਵੀ ਪਰਮੇਸ਼ਰ ਆਪਣੇ ਅਗੁਏ ਦੇ ਜ਼ਰੀਏ ਸਾਨੂੰ ਬਚਾਉਣਾ ਚਾਹੁੰਦਾ ਹੈ, ਆਪਣੇ ਅਗੁਏ ਦੇ ਜ਼ਰੀਏ ਸਾਨੂੰ ਬਲੈਸ ਕਰਨਾ ਚਾਹੁੰਦਾ ਹੈ। ਪਹਿਲੀ ਆਵਾਜ਼ ਵੱਜੀ, ਸਾਮੂਏਲ ਉੱਠ ਕੇ ਆਪਣੇ ਅਗੁਏ ਦੇ ਕੋਲ ਆਇਆ, ਹਾਂ ਦੱਸੋ ਕੀ ਹੋਇਆ? ਤਾਂ ਅਗੁਆ ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਆਵਾਜ਼ ਨਹੀਂ ਮਾਰੀ। ਦੁਬਾਰਾ ਫੇਰ ਚਲਾ ਗਿਆ, ਦੁਬਾਰਾ ਫੇਰ ਸੌਂ ਗਿਆ ਜਾ ਕੇ। ਸਾਮੂਏਲ ਸੁੱਤਾ ਪਿਆ, ਜਦੋਂ ਫੇਰ ਆਵਾਜ਼ ਆਈ ਸਾਮੂਏਲ। ਸਾਮੂਏਲ ਉੱਠਿਆ ਭੱਜ ਕੇ ਫੇਰ ਆਪਣੇ ਅਗੁਏ ਦੇ ਕੋਲ ਗਿਆ, ਹਾਂ ਸਵਾਮੀ ਤੁਸੀਂ ਮੈਨੂੰ ਆਵਾਜ਼ ਮਾਰੀ? ਉਹ ਕਹਿੰਦਾ ਨਹੀਂ ਬੇਟੇ ਮੈਂ ਤੈਨੂੰ ਆਵਾਜ਼ ਨਹੀਂ ਮਾਰੀ। ਦੂਸਰੀ ਤੀਸਰੀ ਵਾਰ ਫੇਰ ਸੌਂ ਗਿਆ ਜਾ ਕੇ। ਪਰਮੇਸ਼ਰ ਕਹਿੰਦਾ ਸਾਮੂਏਲ। ਫੇਰ ਏਲੀ ਦੀ ਆਵਾਜ਼ ਪਰਮੇਸ਼ਰ ਨੇ ਮਾਰੀ, ਪਰ ਆਵਾਜ਼ ਮਿਕਸ, ਔਰ ਅਗੁਏ ਦੀ ਆਵਾਜ਼ ਆਈ, ਹਾਂ ਫੇਰ ਗਿਆ, ਕੀ ਹੋਇਆ ਮੈਨੂੰ ਦੁਬਾਰਾ ਤੁਸੀਂ ਆਵਾਜ਼ ਮਾਰੀ ਹੈ ਸਵਾਮੀ ਜੀ? ਏਲੀ ਸਮਝ ਗਿਆ। ਏਲੀ ਕਹਿੰਦਾ ਪਰਮੇਸ਼ਰ ਮੇਰੇ ਚੇਲੇ ਨੂੰ ਕੁਝ ਦੱਸਣਾ ਚਾਹੁੰਦਾ ਹੈ, ਮੇਰੀ ਕਮੀ ਦੱਸਣਾ ਚਾਹੁੰਦਾ ਹੈ, ਮੇਰੇ ਬੱਚੇ ਨੂੰ